ਲੋਕ ਧੀਆਂ ਵਾਸਤੇ ਪਰੇਸ਼ਾਨ ਹੁੰਦੇ ਨੇ ਕਿ ਰਿਸ਼ਤਾ ਨਹੀਂ ਲੱਭਦਾ ਪਿਆ। ਇੱਥੇ ਪੁੱਤਰ ਵਾਸਤੇ ਵੀ ਰਿਸ਼ਤਾ ਨਹੀਂ ਸੀ ਲੱਭਦਾ ਪਿਆ। ਵਿਚਾਰਾ ਪਾਗਲ ਪਿਆ ਹੁੰਦਾ ਸੀ ਸੋਚ ਕੇ ਕਿ ਮੇਰੀ ਤੇ ਲੱਗਦਾ ਸ਼ਾਦੀ ਕੋ ਨਹੀਂ ਹੋਣੀ। ਕਹਿੰਦਾ ਜਿਹੜਾ ਰਿਸ਼ਤਾ ਆਉਂਦਾ ਸੀ ਪਹਿਲਾਂ ਜਿਹੜਾ ਤਾਕੇ ਜਾਂਦੇ ਸੀ ਉਸ ਤੋਂ ਬਾਅਦ ਉਹ ਨਾ ਕਰ ਦਿੰਦੇ ਸੀ। ਕਹਿੰਦਾ ਮੈਨੂੰ ਤੇ ਪਰੇਸ਼ਾਨੀ ਹੋ ਗਈ ਸੀ, ਹੋ ਸਕਦਾ ਮੇਰੀ ਸ਼ਕਲ ਹੀ ਨਹੀਂ ਸਹੀ ਤਾਂ ਜਿਹੜਾ ਬੰਦੇ ਇਨਕਾਰ ਕਰਕੇ ਟੁਰ ਜਾਂਦੇ ਨੇ। ਕਹਿੰਦਾ ਰਿਸ਼ਤਿਆਂ ਲਈ ਜਿਹੜੇ ਪੈਸੇ ਵੀ ਸਾਡੇ ਕੋਲੋਂ ਢੇਰ ਲੈ ਬੈਠੀ ਸੀ, ਬਾਰ-ਬਾਰ ਕਦੇ ਆਂਦੀ ਸੀ 5000 ਦਿਓ, ਕਦੇ ਆਂਦੀ ਸੀ 10,000 ਦਿਓ। ਕਹਿੰਦਾ ਇਸ ਤਰ੍ਹਾਂ ਕਰਕੇ ਉਹਨੇ ਢੇਰ ਪੈਸੇ ਲੈ ਲਏ ਸੀ। ਅੰਮਾ ਵੀ ਬੜੇ ਪਰੇਸ਼ਾਨ ਸੀ, ਕਹਿੰਦੇ ਕੋਈ ਰਿਸ਼ਤਾ ਕਰਾਂਦੀ ਪਈ। ਕਹਿੰਦਾ ਆਖਰਕਾਰ ਜਿਸ ਵੇਲੇ ਅੰਮਾ ਉਹਦੇ ਨਾਲ ਗੁੱਸਾ ਕੀਤਾ, ਉਹਨੇ ਆਖਿਆ ਆਲਾ ਇਸ ਵਾਰੀ ਜਿਹੜਾ ਨਾ ਮੈਂ ਕੁੜੀ ਨੂੰ ਜਾਂ ਉਹਦੀ ਮਾਂ ਨੂੰ ਨਾਲ ਹੀ ਲੈ ਕੇ ਆਵਾਂਗੀ। ਕਹਿੰਦਾ ਉਹਨੇ ਰਿਸ਼ਤਾ ਦੱਸਿਆ ਕਿ ਅਸੀਂ ਆ ਰਹੇ ਹਾਂ ਤੁਹਾਡੇ ਘਰ। ਕਹਿੰਦਾ ਅੱਗੋਂ ਉਹ ਕੁੜੀ ਦੀ ਮਾਂ ਤੇ ਉਹਦੀ ਵੱਡੀ ਭੈਣ ਜਿਹੜੀ ਸਾਡੇ ਘਰ ਆਏ। ਕਹਿੰਦਾ ਜਿਉਂ ਹੀ ਘਰ ਆਏ ਨੇ ਆ ਕੇ ਅੰਮਾ ਜਿਹੜਾ ਆਂਡੀ ਰੋਟੀ ਬਣਾਉਣ ਲੱਗ ਪਏ। ਕਹਿੰਦਾ ਚੰਗਾ ਭਲਾ ਉਹਨਾਂ ਵਾਸਤੇ ਖਾਣਾ ਬਣਾਇਆ, ਸਾਫ ਸੁਥਰਾ ਉਹਨਾਂ ਅੱਗੇ ਟੇਬਲ ਰੱਖਿਆ। ਕਹਿੰਦਾ ਰੋਟੀ ਛੋਟੀ ਉਹਨਾਂ ਖਾਧੀ, ਖਾ ਕੇ ਤੇ ਉੱਠ ਕੇ ਫਿਰਨ ਟੁਰਨ ਲੱਗ ਪਏ। ਕਹਿੰਦਾ ਜਿਸ ਵੇਲੇ ਉੱਠ ਕੇ ਫੇਰੇ ਟੁਰੇ, ਕਹਿੰਦਾ ਮੈਂ ਵੀ ਘਰ ਸਾਂ, ਮੈਂ ਵੀ ਬੜੇ ਕੱਪੜੇ ਛਪੜੇ ਪਾ ਕੇ ਤਿਆਰ ਹੋਇਆ ਸਾਂ ਤਾਂ ਕਿ ਉਹਨਾਂ ਨੂੰ ਮੈਂ ਪਸੰਦ ਆ ਜਾ। ਕਹਿੰਦਾ ਬਾਅਦ ਚ ਉਹ ਕਹਿੰਦੇ ਨੇ ਜੀ ਸਾਨੂੰ ਰਿਸ਼ਤਾ ਪਸੰਦ ਨਹੀਂ ਹੈ। ਕਹਿੰਦਾ ਰਿਸ਼ਤੇ ਵਾਲੀ ਕੋਲ ਆ ਕੇ ਅੰਮਾ ਦੇ ਬਹਿ ਗਏ। ਕਹਿੰਦਾ ਨਾ ਜੀ ਭੈਣ, ਉਹ ਆਂਦੇ ਨੇ ਕਿ ਸਾਨੂੰ ਰਿਸ਼ਤਾ ਪਸੰਦ ਨਹੀਂ ਹੈ। ਕਹਿੰਦਾ ਅੰਮਾ ਉੱਠ ਕੇ ਫਟਾਫਟ ਉਹਨਾਂ ਕੋਲ ਟੁਰ ਗਿਆ। ਆਖਿਆ ਬਾਜੀ ਕੀ ਗੱਲ ਹੈ, ਸਾਡਾ ਮੁੰਡਾ ਨਹੀਂ ਤੁਹਾਨੂੰ ਪਸੰਦ ਆਇਆ? ਉਹਨਾਂ ਆਖਿਆ ਨਹੀਂ, ਮੁੰਡਾ ਤੁਹਾਡਾ ਮਾਸ਼ਾਅੱਲਾ ਬੜਾ ਸੋਹਣਾ, ਜਿਉਂ ਹੀ ਅਸੀਂ ਤੁਹਾਡੇ ਘਰ ਬੜੇ ਸਾਂ ਉਸੇ ਟਾਈਮ ਹੀ ਮੁੰਡਾ ਸਾਨੂੰ ਪਸੰਦ ਆ ਗਿਆ ਸੀ, ਲੇਕਿਨ ਮਸਲਾ ਕੁਝ ਹੋਰ। ਉਹਨਾਂ ਆਖਿਆ ਕੀ ਮਸਲਾ, ਫਿਰ ਤੁਸੀਂ ਕਿਉਂ ਨਹੀਂ ਜਿਹੜਾ ਰਿਸ਼ਤਾ ਕਰਨਾ ਚਾਹੁੰਦੇ? ਉਹਨਾਂ ਆਖਿਆ ਜੀ ਤੁਹਾਡਾ ਘਰ ਬੂਆ ਦੇਖੋ, ਤੁਹਾਡੇ ਸਿਰਫ 2 ਕਮਰੇ ਨੇ, ਉਹ ਵੀ ਸਮਾਨ ਨਾਲ ਭਰੇ ਨੇ। ਅੱਗੋਂ ਮੈਂ ਆਪਣੀ ਕੁੜੀ ਨੂੰ ਸਮਾਨ ਦੇਣਾ ਹੈ ਤੇ ਉਹ ਕਿੱਥੇ ਆ ਕੇ ਰਵੇਗੀ, ਕਿੱਥੇ ਉਹ ਸਮਾਨ ਰੱਖੇਗੀ, ਜਾਂ ਉਹਨੂੰ ਸੌਣ ਵਾਸਤੇ ਕਿੱਥੇ ਜਗ੍ਹਾ ਲੱਭੇਗੀ, ਉਹ ਕਿੱਥੇ ਜਗ੍ਹਾ ਢੂੰਡਦੀ ਰਹੇਗੀ, ਉਹਨੂੰ ਤੇ ਆਰਾਮ ਕਰਨ ਵਾਸਤੇ ਵੀ ਜਗ੍ਹਾ ਨਹੀਂ ਲੱਭਣੀ। ਅੱਗੋਂ ਕਹਿੰਦਾ ਅੰਮਾ ਸਾਰੀ ਗੱਲ ਸੁਣੀ ਤੇ ਉਹਨਾਂ ਆਖਿਆ ਨਾ ਤੁਸੀਂ ਫਿਕਰ ਕਰੋ, ਅਸੀਂ ਇਨਸ਼ਾਅੱਲਾ ਸਾਲ ਤੱਕ ਜਿਹੜਾ 2 ਕਮਰੇ ਹੋਰ ਚਾੜਨੇ ਨੇ, ਤੱਕੋ ਸਾਡੀ ਕਿਤਨੀ ਖੁੱਲੀ ਜਗ੍ਹਾ ਹੈ। ਉਹਨਾਂ ਆਖਿਆ ਅਗਰ ਤੁਸੀਂ ਸਾਲ ਤੱਕ ਜਿਹੜਾ 2-3 ਕਮਰੇ ਹੋਰ ਚਾੜ ਲੈਂਦੇ ਹੋ ਜਾਂ ਮੇਰੀ ਕੁੜੀ ਵਾਸਤੇ ਲਾਦਾ ਇੱਕ ਕਮਰਾ ਚਾੜ ਲੈਂਦੇ ਹੋ ਜਿਹਦੇ ਚ ਅਸੀਂ ਉਹਦਾ ਸਮਾਨ ਵਗੈਰਾ ਰੱਖਣਾ ਹੈ ਤੇ ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਸਾਲ ਇੰਤਜ਼ਾਰ ਕਰ ਲਵਾਂਗੇ। ਕਹਿੰਦਾ ਮੈਂ ਪਰੇਸ਼ਾਨ ਹੋ ਗਿਆ ਅੰਮਾ ਦੀ ਗੱਲ ਸੁਣ ਕੇ, ਸਾਡੇ ਕੋਲ ਤੇ 1 ਰੁਪਈਆ ਵੀ ਨਹੀਂ ਸੀ ਹੈ। ਕਹਿੰਦਾ ਮੈਂ ਵੀ ਦੁਕਾਨ ਤੇ ਕੰਮ ਕਰਦਾ ਸਾਂ, ਉਹ ਜਿਹੜੇ ਪੈਸੇ ਲੈ ਕੇ ਆਉਂਦਾ ਸਾਂ ਘਰ ਤੇ ਖਰਚ ਹੋ ਜਾਂਦੇ ਸੀ। ਕਹਿੰਦੇ ਅੰਮਾ ਉਹਨਾਂ ਕੋਲੋਂ ਸਾਲ ਦਾ ਟਾਈਮ ਲੈ ਲਿਆ। ਕਹਿੰਦਾ ਉਹਨਾਂ ਆਖਿਆ ਜੀ ਅਸੀਂ ਸਾਲ ਜਿਹੜਾ ਕਿਸੇ ਨਾਲ ਗੱਲ ਨਹੀਂ ਕਰਨ ਲੱਗੇ ਰਿਸ਼ਤੇ ਦੀ, ਲੇਕਿਨ ਸਾਲ ਤੱਕ ਤੁਸੀਂ ਬਣਾ ਲਵਿਓ। ਕਹਿੰਦਾ ਉਹਨਾਂ ਆਖਿਆ ਜੀ ਠੀਕ ਹੈ। ਕਹਿੰਦਾ ਥੋੜੀ ਬਹੁਤ ਮੈਨੂੰ ਆਸ ਉਮੀਦ ਲੱਗੀ ਕਿ ਚਲੋ ਮੇਰੀ ਹੁਣ ਸ਼ਾਦੀ ਹੋ ਜਾਏਗੀ। ਕਹਿੰਦਾ ਬਹਰਹਾਲ ਉਹ ਟੁਰ ਗਏ। ਉੱਠ ਕੇ ਤੇ ਮੈਂ ਅੰਮਾ ਨੂੰ ਆਖਿਆ ਕਿ ਕਿਸ ਤਰ੍ਹਾਂ ਕਮਰੇ ਹੋਰ ਬਣਾਉਣੇ ਜੇ, ਸਾਡੇ ਕੋਲ ਤੇ ਪੈਸੇ ਕੋਈ ਨਹੀਂ। ਆਖਿਆ ਪੁੱਤਰ ਨਾ ਫਿਕਰ ਕਰ, ਅੱਲਾ ਬਿਹਤਰ ਕਰੇਗਾ। ਕਹਿੰਦਾ ਇਸ ਤਰ੍ਹਾਂ ਕਰਦਿਆਂ ਜਿਹੜਾ ਪੂਰਾ ਸਾਲ ਗੁਜ਼ਰ ਗਿਆ, 2-3 ਵਾਰੀ ਉਹ ਸਾਡੇ ਘਰ ਆਏ, ਲੇਕਿਨ ਅਈਏ ਵੀ ਸਾਡੇ ਘਰ ਕੋਈ ਹਾਲ-ਜੁਲ ਨਹੀਂ ਸੀ। ਜ਼ਾਹਰੀ ਗੱਲ ਹੈ, ਕਹਿੰਦਾ ਪੈਸੇ ਹੋਣੇ ਤੇ ਤਾਂ ਹੀ ਅਸਾਂ ਕਮਰੇ ਬਣਾਣੇ ਸੀ ਨਾ। ਕਹਿੰਦਾ ਜਿਸ ਵੇਲੇ ਸਾਲ ਪੂਰਾ ਹੋ ਗਿਆ ਉਹ ਹਾਲਾਰੀ ਫੇਰ ਆਏ, ਬਾਜੀ ਤੁਸਾਂ ਤੇ ਬਿਲਕੁਲ ਹੀ ਕੋਈ ਹਾਲ-ਜੁਲ ਨਹੀਂ ਕੀਤੀ, ਨਾ ਕੋਈ ਇੱਟ ਸਟਾਈ ਹੈ, ਨਾ ਕੋਈ ਮਿਸਤਰੀ ਲਾਇਆ ਹੈ, ਤੁਸਾਂ ਤੇ ਬਣਾਣੇ ਹੀ ਕੋਈ ਨਹੀਂ। ਕਹਿੰਦਾ ਅੰਮਾ ਕਹਿੰਦਾ ਨਾ ਪੈਸੇ ਸਾਡੇ ਕੋਲ ਪੂਰੇ ਹੋ ਗਏ ਨੇ, ਹੋਰ 2-3 ਮਹੀਨੇ ਤੱਕ ਜਿਹੜਾ ਨਾ ਉਹ ਅਸੀਂ ਬਣਾਣੇ ਸ਼ੁਰੂ ਕਰ ਦੇਣੇ ਨੇ। ਕਹਿੰਦਾ ਮੈਂ ਅੰਮਾ ਨੂੰ ਆਖਿਆ ਅੰਮਾ ਜੀ ਸਾਡੇ ਕੋਲ ਤੇ ਪੈਸੇ ਹੀ ਕੋਈ ਨਹੀਂ ਹੈ, ਕਿਸ ਤਰ੍ਹਾਂ ਤੁਸੀਂ? ਮੈਂ ਉਹਨੇ ਆਖਿਆ ਪੁੱਤਰ ਤੂੰ ਫਿਕਰ ਨਾ ਕਰ, ਮੈਂ ਕਿਸੇ ਨਾਲ ਗੱਲ ਕਰਨੀ ਆ, ਨਾਲੇ ਮੇਰੇ ਕੋਲ 2 ਟੂਮਾਂ ਨੇ ਉਹ ਵੇਚ ਕੇ ਤੇ ਚਲੋ ਜਿਹੜਾ ਨਾ ਉਹ ਮੈਂ ਲੈ ਆਵਾਂਗੀ ਪੈਸੇ ਤੇ ਕਮਰਾ ਚਾੜ ਲੈਣੇ ਆ। ਕਹਿੰਦਾ ਉਹਨਾਂ ਨੂੰ ਫੇਰ ਤਸੱਲੀ ਦਿੱਤੀ। ਉਹਨਾਂ ਕਿ ਹਾਲਾ 3 ਮਹੀਨੇ ਹੋਰ ਅਸੀਂ ਸਬਰ ਕਰ ਜਾਂਦੇ ਆ। ਕਹਿੰਦਾ ਉਹ ਹਾਲਾਰੀ ਉੱਠ ਕੇ ਟੁਰ ਗਏ ਰੋਟੀ ਛੋਟੀ ਖਾ ਕੇ। ਕਹਿੰਦਾ ਅੰਮਾ ਗਏ ਆਪਣੀਆਂ ਟੂਮਾਂ ਲੈ ਕੇ। ਕਹਿੰਦਾ ਜਿਸੇ ਟੂਮਾਂ ਪਤਾ ਕੀਤੀਆਂ ਤੇ ਉਹ ਵੀ ਨਕਲੀ, ਕਹਿੰਦਾ ਅਸਲੀ ਹੈ ਹੀ ਕੋਈ ਨਹੀਂ ਸੀ। ਅੰਮਾ ਸੋਨੇ ਦੀਆਂ ਕਰਕੇ ਪਾਈਆਂ ਸੀ, ਸਾਡੇ ਜਾਂ ਅੰਮਾ ਦਾ ਮਾਮਾ ਉਹਨੇ ਦਿੱਤੀਆਂ ਸੀ ਟੂਮਾਂ। ਕਹਿੰਦਾ ਫੇਰ ਪਰੇਸ਼ਾਨੀ ਬਣ ਗਈ, ਹੁਣ ਤੇ ਪੈਸੇ ਹੀ ਕੋਈ ਨਹੀਂ ਹੈ ਕੋਲ। ਕਹਿੰਦਾ ਮੈਂ ਅੰਮਾ ਨੂੰ ਆਖਿਆ ਕਿ ਹੁਣ ਕੀ ਕਰਨਾ? ਨਾ ਕਿਹਾ ਪੁੱਤਰ ਨਾ ਫਿਕਰ ਕਰ, ਕੋਈ ਨਹੀਂ ਅੱਲਾ ਖੈਰ ਕਰੇਗਾ। ਕਹਿੰਦਾ ਪਰ ਮੇਰਾ ਦਿਮਾਗ ਕੰਮ ਕਰ ਗਿਆ। ਕਹਿੰਦਾ ਮੈਂ ਸੋਚਿਆ ਕੋਈ ਨਾ ਕੋਈ ਆਈਡੀਆ ਤੇ ਲਾਣਾ ਪੈਣਾ ਹੈ। ਕਹਿੰਦਾ ਜਿਸ ਵੇਲੇ 3 ਮਹੀਨੇ ਗੁਜ਼ਰ ਗਏ ਤੇ ਉਹ ਹਾਲਾਰੀ ਫੇਰ ਸਾਡੇ ਘਰ ਆਏ। ਉਹਨਾਂ ਆ ਕੇ ਤੱਕਿਆ ਬਿਲਕੁਲ ਕੋਈ ਇੱਟ ਨਹੀਂ ਸਟਾਈ, ਕੋਈ ਕੰਮ ਨਹੀਂ ਕਰ ਰਹੇ। ਕਹਿੰਦਾ ਅੰਮਾ ਆਖਿਆ ਕਿ ਨਾ ਸਾਡੇ ਕੋਲ ਪੈਸੇ ਕੋਈ ਨਹੀਂ, ਮੇਰੇ ਕੋਲ ਜ਼ੇਵਰ ਸੀ ਉਹ ਨਕਲੀ ਨਿਕਲ ਆਇਆ, ਇਸ ਵਾਸਤੇ ਬੜੀ ਪਰੇਸ਼ਾਨੀ ਬਣੀ ਹੈ। ਉਹਨਾਂ ਆਖਿਆ ਜੀ ਅਸੀਂ ਫਿਰ ਕੁੜੀ ਦਾ ਰਿਸ਼ਤਾ ਕਿਧਰੇ ਹੋਰ ਕਰਨ ਲਿਆ, ਇਸ ਵਾਸਤੇ ਸਾਡੇ ਵੱਲੋਂ ਨਾ ਹੀ ਸਮਝੋ। ਕਹਿੰਦਾ ਮੈਂ ਪਰੇਸ਼ਾਨ ਹੋ ਗਿਆ। ਕਹਿੰਦਾ ਜ਼ਾਹਰੀ ਗੱਲ ਹੈ ਮੰਮੀ ਤੇ ਆਪਣਾ ਦਿਮਾਗ ਜਿਹੜਾ ਉਹ ਇਸਤੇਮਾਲ ਕਰਨੇ ਸੀ। ਕਹਿੰਦਾ ਹਾਲਾਰੀ ਉੱਠ ਕੇ ਟੁਰ ਗਏ। ਕਹਿੰਦਾ ਸ਼ਾਮ ਵੀ ਨਾ ਪਈ ਤੇ ਮੈਂ ਉਹਨਾਂ ਦੇ ਘਰ ਟੁਰ ਗਿਆ। ਕਹਿੰਦਾ ਮੈਂ ਜਾ ਕੇ ਗੱਲ ਕੀਤੀ, ਹਾਲਾ ਜੀ ਮੇਰੀ 25 ਤੋਂ 28,000 ਤਨਖਾਹ ਹੈ, ਉੱਤੇ ਵੀ ਮੇਰੇ ਕੋਲ ਥੋੜੇ ਬਹੁਤ ਪੈਸੇ ਹੋ ਜਾਂਦੇ ਨੇ, ਤਕਰੀਬਨ 35-38,000 ਰੁਪਇਆ ਮੈਂ ਕਮਾ ਲੈਣਾ ਤੇ ਮੈਂ
ਅੱਗੋਂ ਹੋਰ ਕੋਸ਼ਿਸ਼ ਕਰਾਂਗਾ, ਜ਼ਿਆਦਾ ਵੀ ਮੈਂ ਪੈਸੇ ਕਮਾ ਲਾਂਗਾ ਤੇ ਮੈਂ ਤੁਹਾਡੀ ਕੁੜੀ ਨੂੰ ਜਿਹੜਾ ਨਾ ਕਿਰਾਏ ਦਾ ਮਕਾਨ ਲੈ ਕੇ ਉਹਦੇ 'ਚ ਰਾਹ ਲਾਂਗਾ। ਕਹਿੰਦਾ ਉਹਨਾਂ ਆਖਿਆ ਪੁੱਤਰ ਤੂੰ ਕਿਸ ਤਰ੍ਹਾਂ ਰੱਖੇਂਗਾ, ਤੇਰੇ ਮਾਪਿਓ ਜਿਹੜਾ ਤੇਰੇ ਆਸਰੇ ਦੇ ਨੇ, ਅਗਰ ਤੂੰ ਲਾਦਾ ਹੋ ਜਾਏਗਾ ਤੇ ਉਹਨਾਂ ਦਾ ਕੀ? ਉਹਨਾਂ ਕਿਹਾ ਹਾਲਾ ਜੀ ਮੈਨੂੰ ਨਹੀਂ ਪਤਾ, ਮੰਮੀ ਤੇ ਵਿਆਹ ਕਰਨਾ ਹੀ ਹੈ ਨਾ, ਮੈਂ ਉਹਨਾਂ ਨੂੰ ਵੀ ਥੋੜਾ ਬਹੁਤ ਖਰਚਾ ਦਿਆ ਕਰਾਂਗਾ, ਲੇਕਿਨ ਕੁੜੀ ਤੁਹਾਡੇ ਨੂੰ ਜਿਹੜਾ ਕਿਰਾਏ ਦੇ ਮਕਾਨ 'ਚ ਫਿਲਹਾਲ ਮੈਂ ਰਾਹ ਲਾਂਗਾ। ਉਹਦੇ ਠੀਕ ਹੈ ਪੁੱਤਰ, ਅਗਰ ਤੂੰ ਕਿਰਾਏ ਦੇ ਮਕਾਨ 'ਚ ਰਾਹ ਲਏਗਾ ਤੇ ਠੀਕ ਹੈ, ਤੂੰ ਮਕਾਨ ਲੈ ਲੈ ਤੇ ਅਸੀਂ ਤੇਰਾ ਨਿਕਾਹ ਕਰਾ ਦਿੰਨੇ ਆ। ਕਹਿੰਦਾ ਮੈਂ ਕਿਹਾ ਠੀਕ ਹੈ, ਮੈਂ ਮਕਾਨ ਪਤਾ ਕਰ ਲੈਣਾ। ਕਹਿੰਦਾ ਮੈਂ ਮਕਾਨ ਢੂੰਡਣਾ ਸ਼ੁਰੂ ਕਰ ਦਿੱਤਾ। ਕਹਿੰਦਾ ਮੇਰੇ ਕੋਲ ਤੇ ਐਡਵਾਂਸ ਦੇਣ ਵਾਸਤੇ ਵੀ ਪੈਸੇ ਕੋਈ ਨਹੀਂ ਸੀ ਹੈ। ਕਹਿੰਦਾ ਸਾਡੇ ਮਹੱਲੇ 'ਚ ਇੱਕ ਦੁਕਾਨਦਾਰ ਸੀ, ਉਹਦੇ ਨਾਲ ਮੈਂ ਗੱਲ ਕੀਤੀ ਕਿ ਇਸ ਤਰ੍ਹਾਂ ਜਿਹੜਾ ਮੈਂ ਸ਼ਾਦੀ ਕਰਨਾ ਚਾਹਨਾ ਤੇ ਮੈਨੂੰ ਮਕਾਨ ਚਾਹੀਦਾ। ਉਹਨੇ ਤਕਾ ਦਿੱਤਾ ਮੈਨੂੰ ਮਕਾਨ। ਕਹਿੰਦਾ ਲੱਭ ਗਿਆ, ਐਡਵਾਂਸ ਵੀ ਮੈਂ ਕੋਨਾ ਦਿੱਤਾ। ਕਹਿੰਦਾ ਅੰਮਾਰਾ ਨੂੰ ਪਤਾ ਲੱਗਾ, ਅੰਮਾਰਾ ਗੁੱਸਾ ਕੀਤਾ ਕਿ ਤੂੰ ਕਿਹੜਾ ਕੰਮ? ਉਹਨਾਂ ਕਿਹਾ ਅੰਮਾ ਜੀ ਕਿਤਨੀ ਦੇਰ ਹੋ ਗਈ ਹੈ, ਮੇਰੇ ਵਾਸਤੇ ਰਿਸ਼ਤਾ ਨਹੀਂ ਆਉਂਦਾ ਪਿਆ, ਹੁਣ ਤੇ ਮੈਨੂੰ ਸ਼ਰਮ ਆਉਣ ਲੱਗ ਪਈ ਹੈ, ਹੋ ਸਕਦਾ ਮੇਰੀ ਸ਼ਕਲ ਨਹੀਂ ਸਹੀ ਤਾਂ ਮੈਨੂੰ ਰਿਸ਼ਤਾ ਨਹੀਂ ਲੱਭਦਾ ਪਿਆ। ਕਹਿੰਦਾ ਬਹਰਹਾਲ ਉਹ ਫਿਰ ਮੈਂ ਅੰਮਾਰਾ ਨੂੰ ਨਾਰਾਜ਼ ਕਰਕੇ ਤੇ ਹਾਲਾਰਾਂ ਨੂੰ ਮੈਂ ਕਿਹਾ ਮਕਾਨ ਲੱਭ ਗਿਆ ਤੇ ਤੁਸੀਂ ਜਿਹੜਾ ਨਿਕਾਹ ਕਰ ਦਿਓ। ਫਿਰ ਕਹਿੰਦਾ ਨਿਕਾਹ ਕਰਕੇ ਤੇ ਉਹਨੂੰ ਜਿਹੜਾ ਮੈਂ ਕਿਰਾਏ ਦੇ ਮਕਾਨ 'ਚ ਲੈ ਆਂਦਾ। ਕਹਿੰਦਾ ਜਿਸ ਵੇਲੇ ਮੈਂ ਲੈ ਕੇ ਆਇਆ, ਕਹਿੰਦਾ ਸਾਲ ਇੱਕ ਮੈਂ ਉਹਨੂੰ ਉੱਥੇ ਰੱਖਿਆ। ਉਸ ਕੁੜੀ ਦੇ ਵੀ ਢੇਰ ਨਖਰੇ, ਕਦੇ ਕਹਿੰਦੇ ਮੈਨੂੰ ਬਾਜ਼ਾਰੂ ਇਹ ਲਿਆ ਦੇ, ਕਦੇ ਇਹ ਲਿਆ ਦੇ। ਕਹਿੰਦਾ ਮਸਾਂ ਮਰ ਕੇ ਖਰਚਾ ਪੂਰਾ ਹੁੰਦਾ ਸੀ। ਉਹ ਤੂੰ ਅੰਮਾਰੀ ਵੀ ਉੱਥੇ ਹੀ ਆਏ ਰਹਿੰਦੇ ਸੀ। ਜਿਸ ਵੇਲੇ ਅੰਮਾਰੀ ਉੱਥੇ ਆਉਂਦੇ ਸੀ, ਜ਼ਾਹਿਰੀ ਗੱਲ ਹੈ ਫਿਰ ਕਹਿੰਦਾ ਖਰਚਾ ਹੋਰ ਵੱਧ ਜਾਂਦਾ ਸੀ। ਕਹਿੰਦਾ ਆਖਰਕਾਰ ਜਿਹੜਾ ਨਾ ਮੇਰੀ ਜ਼ਨਾਨੀ ਨੂੰ ਆਸਮੀਦ ਲੱਗੀ। ਕਹਿੰਦਾ ਜਿਸ ਵੇਲੇ ਆਸਮੀਦ ਲੱਗੀ ਨਾ ਤੇ ਫਿਰ ਜਿਹੜਾ ਮੈਂ ਜ਼ਨਾਨੀ ਨੂੰ ਆਖਿਆ ਕਿ ਚਲੀਏ ਅੰਮਾ ਕੋਲ, ਤੂੰ ਕੱਲੀ ਇੱਥੇ ਨਹੀਂ ਰਹਿ ਸਕਦੀ। ਉਹਨੇ ਆਖਿਆ ਨਹੀਂ ਮੈਂ ਨਹੀਂ ਜਾਣਾ, ਮੈਂ ਇੱਥੇ ਹੀ ਰਵਾਂਗੀ। ਬਹਰਹਾਲ ਕਹਿੰਦਾ ਮੈਂ ਜ਼ਿੱਦ ਕੀਤੀ, ਉਹਦੀ ਅੰਮਾ ਨੂੰ ਮੈਂ ਪਤਾ ਕੋ ਨਾ ਲੱਗਣ ਦਿੱਤਾ ਤੇ ਮੈਂ ਜਿਹੜਾ ਨਾ ਕਹਿੰਦਾ ਆਪਣੇ ਘਰ ਵਾਪਸ ਲੈ ਆਂਦਾ। ਕਹਿੰਦਾ ਇਸੇ ਲਿਆਂਦਾ ਸਮਾਨ ਸ਼ਾਨ ਵੀ ਸਾਰਾ ਉੱਥੋਂ ਚੁੱਕ ਕੇ ਤੇ ਘਰ ਲੈ ਆਂਦਾ। ਕਹਿੰਦਾ ਇਸੇ ਦੇ ਘਰ ਲਿਆਂਦਾ ਤੇ ਉਹਦੀ ਅੰਮਾ ਨੂੰ ਪਤਾ ਲੱਗ ਗਿਆ ਤੇ ਉਹ ਸਾਡੇ ਘਰ ਆ ਗਈ। ਕਹਿੰਦਾ ਆ ਕੇ ਨਾਰਾਜ਼ ਹੋਣ ਲੱਗ ਪਈ, ਮੇਰੀ ਬੇਇੱਜ਼ਤੀ ਕਰਨ ਲੱਗ ਪਈ ਕਿ ਮੁੜਿਆ ਤੂੰ ਕਿਹੜਾ ਕੰਮ ਕੀਤਾ, ਤੂੰ ਸਾਡੇ ਨਾਲ ਵਾਅਦਾ ਕੀਤਾ ਸੀ ਇਹ ਤੇ ਬੱਚਾ ਹੋਇਆ ਵੀ ਨਹੀਂ ਹੈ ਤੇ ਤੂੰ ਜਿਹੜਾ ਆਪਣੇ ਘਰ ਵਾਪਸ ਆ ਗਏ, ਮੈਂ ਤੇ ਆਪਣੀ ਕੁੜੀ ਨੂੰ ਇੱਥੇ ਨਹੀਂ ਰਹਿਣ ਦੇਣਾ। ਕਹਿੰਦਾ ਮੈਂ ਕਿਹਾ ਹਾਲਾ ਜੀ ਤੁਸੀਂ ਫਿਕਰ ਨਾ ਕਰੋ, ਅਸੀਂ ਕਮਰਾ ਚਾੜੂ। ਨਾ ਕਿਹਾ ਨਾ ਪੁੱਤਰ ਮੈਂ ਆਪਣੀ ਕੁੜੀ ਨੂੰ ਲੈ ਕੇ ਚੱਲੀ ਆ। ਕਹਿੰਦਾ ਉਹ ਮੇਰੀ ਜ਼ਨਾਨੀ ਨੂੰ ਹਾਲਾ ਨਾਲ ਲੈ ਗਈ। ਕਹਿੰਦਾ ਮੈਂ ਢੇਰ ਮਿੰਤਾ ਜਾ ਕੇ ਕੀਤੀਆਂ, ਉਹਨਾਂ ਮੇਰੀ ਕੋਨਾ ਗੱਲ ਸੁਣੀ। ਉਹਨੇ ਆਖਿਆ ਪੁੱਤਰ ਹੁਣ ਦੁਬਾਰਾ ਇਸ ਬੂਏ ਤੇ ਤੂੰ ਨਾ ਆਵੀਂ, ਅਸਾਂ ਹੁਣ ਤਲਾਕ ਅਪਲਾਈ ਕਰਨੀ ਹੈ, ਅਸਾਂ ਤੇਰੇ ਨਾਲ ਇਹਨੂੰ ਨਹੀਂ ਰਹਿਣ ਦੇਣਾ। ਕਹਿੰਦਾ ਮੈਂ ਬੜਾ ਪਰੇਸ਼ਾਨ ਹੋ ਗਿਆ। ਅੰਮਾਰਾ ਨੂੰ ਆਖਿਆ ਜਾਓ ਜਾ ਕੇ ਗੱਲ ਕਰੋ। ਕਹਿੰਦਾ ਅੰਮਾਰੀ ਵੀ ਗਏ, ਜਾ ਕੇ ਮਿੰਤਾ ਤਰਲੇ ਕਰਨ ਲੱਪੇ, ਲੇਕਿਨ ਉਹਨਾਂ ਆਖਿਆ ਨਾ ਜੀ ਤੁਹਾਡੇ ਮੁੰਡੇ ਨੇ ਕੀਤਾ ਧੋਖਾ ਵਿਆਹ ਕਰਨ ਵਾਸਤੇ, ਅਸੀਂ ਕੋਈ ਨਿੱਕੇ ਬੱਚੇ ਤੇ ਨਹੀਂ ਹੈ, ਅਸੀਂ ਕੁੜੀ ਨੂੰ ਉੱਥੇ ਕਿਉਂ ਛੱਡੀਏ, ਜਾਂ ਤੇ ਇੱਕ ਕਮਰਾ ਉਹਨੂੰ ਹਾਲੀ ਕਰਕੇ ਦਿਓ ਤੇ ਤੁਸੀਂ ਜਿੱਧਰ ਮਰਜ਼ੀ ਰਹੋ, ਸਾਨੂੰ ਕੋਈ ਇਤਰਾਜ਼ ਨਹੀਂ, ਲੇਕਿਨ ਮੇਰੀ ਕੁੜੀ ਨੂੰ ਜਿਹੜਾ ਨਾ ਲਾਦਾ ਕਮਰਾ ਚਾਹੀਦਾ। ਕਹਿੰਦਾ ਅੰਮਾਰਾ ਆਖਿਆ ਆਲਾ ਚਲੋ ਸਹੀ ਹੈ, ਅਸੀਂ ਜਿਹੜਾ ਸਾਰੇ ਇੱਕ ਕਮਰੇ 'ਚ ਹੋ ਜਾਂਦੇ ਆ, ਇਹ ਆਪਣਾ ਸਮਾਨ ਰੱਖ ਕੇ ਉੱਥੇ ਤੇ ਆਪੂ ਇਹ ਲਾਦਾ ਰਵੇ। ਕਹਿੰਦਾ ਉਹ ਇਸ ਤਰ੍ਹਾਂ ਹੋਇਆ ਕਿ ਸਾਰਾ ਸਮਾਨ ਉੱਥੋਂ ਕੱਢੀ ਉਹਨੇ, ਕੱਢ ਕੇ ਕਹਿੰਦਾ ਉਹਦੇ ਜਗ੍ਹਾ ਤੇ ਅੱਗੇ ਹੀ ਕੋਈ ਨਹੀਂ ਸੀ ਹੈ। ਕਹਿੰਦਾ ਕੋਈ ਗੁਆਂਢੀਆਂ ਦੇ ਘਰ ਆਏ ਉਹਨੇ ਤੇ ਕਹਿੰਦਾ ਮੇਰੀ ਜ਼ਨਾਨੀ ਨੂੰ ਲਾਦਾ ਕਮਰਾ ਦਿੱਤੀ ਉਹਨੇ। ਕਹਿੰਦਾ ਪੱਖਾ ਸ਼ੱਖਾ ਉਹਨੇ ਲਵਾਏ ਆ ਤੇ ਸਾਰਾ ਦਿਨ ਇੰਜੋਏ ਕਰਦੇ ਸੀ, ਬਾਕੀ ਸਾਰੇ ਜਿਹੜਾ ਇੱਕੋ ਕਮਰੇ 'ਚ ਵੜੇ ਰਹਿੰਦੇ ਸੀ। ਕਹਿੰਦਾ ਮੈਨੂੰ ਵੀ ਬੜੀ ਟੈਨਸ਼ਨ ਹੁੰਦੀ ਸੀ ਕਿ ਮੇਰੇ ਨਾਲ ਬਣਦਾ ਕੀ ਹੈ ਪਿਆ, ਇਹ ਤੇ ਬੜਾ ਮਸਲਾ ਬਣ ਗਿਆ। ਜ਼ਾਹਿਰੀ ਗੱਲ ਆ, ਕਹਿੰਦਾ ਅੰਮਾਰੀ ਆਪਣੀ ਜਗ੍ਹਾ ਤੇ ਟੈਨਸ਼ਨ ਤੇ ਬਰਾਂਡਾ ਤੇ ਸਾਡਾ ਹੈ ਹੀ ਕੋਈ ਨਹੀਂ ਸੀ, ਗਰਮੀ ਇਤਨੀ ਸੀ ਸਮਝ ਨਹੀਂ ਸੀ ਆਉਂਦੀ ਕਿ ਬੰਦਾ ਕਰੇ ਕਿ। ਬਹਰਹਾਲ ਕਹਿੰਦਾ ਜਿਸ ਵੇਲੇ 2 ਬੱਚੇ ਮੇਰੇ ਹੋ ਗਏ ਨੇ ਤੇ ਜ਼ਨਾਨੀ ਦੀ ਉਹੀ ਸੂਰਤ ਹਾਲ ਸੀ। ਕਹਿੰਦਾ ਮੈਂ ਫਿਰ ਉਹਦੀ ਮਿੰਤਾ ਕੀਤੀਆਂ, ਮੈਂ ਕਿਹਾ ਗੱਲ ਸੁਣ ਪੈਸੇ ਤੇ ਸਾਡੇ ਕੋਲ ਹੈ ਕੋਈ ਨਹੀਂ, ਤੂੰ ਇਸ ਤਰ੍ਹਾਂ ਕਰਕੇ ਸਮਾਨ ਕੋਈ ਦੂਸਰੇ ਕਮਰੇ ਦਾ ਇੱਧਰ ਰੱਖ ਲਵੀਏ ਤੇ ਹੁਣ ਗੁਜ਼ਾਰਾ ਅਸੀਂ ਕਰ ਲਵੀਏ। ਕਹਿੰਦਾ ਜ਼ਨਾਨੀ ਨੂੰ ਮੈਂ ਰਾਜ਼ੀ ਕਰ ਲਿਆ, ਆਖਰਕਾਰ ਉਹ ਰਾਜ਼ੀ ਹੋ ਗਈ। ਉਸ ਤੋਂ ਬਾਅਦ ਕਹਿੰਦਾ ਫਿਰ ਅਸੀਂ ਉਹਨਾਂ ਦੋਵਾਂ ਕਮਰਿਆਂ 'ਚ ਹੀ ਰਹਿੰਦੇ ਰਿਹਾ, ਮੇਰੇ ਵੀ 2 ਬੱਚੇ ਹੋ ਗਏ। ਕਹਿੰਦਾ ਹੋਰ ਵੀ ਸਾਡੇ ਛੋਟੇ ਛੋਟੇ ਬੱਚੇ ਐ ਸੀ। ਕਹਿੰਦਾ ਬਹਰਹਾਲ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਹੁੰਦਾ ਸੀ, ਲੇਕਿਨ ਜ਼ਨਾਨੀ ਜਿਹੜੀ ਹੈ ਕਹਿੰਦਾ ਉਹ ਐਡਜਸਟਮੈਂਟ ਕਰ ਗਈ ਸੀ। ਉਹਨੇ ਆਪਣੀ ਅੰਮਾ ਦੀ ਫਿਰ ਗੱਲ ਕੋ ਨਾ ਸੁਣੀ, ਨਾ ਕਿਹਾ ਅੰਮਾ ਜੀ ਤੁਸੀਂ ਫਿਕਰ ਨਾ ਕਰੋ, ਮੈਂ ਇੱਥੇ ਖੁਸ਼ ਹਾਂ, ਹੁਣ ਤੁਸੀਂ ਕੋਈ ਇਤਰਾਜ਼ ਨਾ ਕਰੋ। ਕਹਿੰਦਾ ਫਿਰ ਜ਼ਾਹਿਰੀ ਗੱਲ ਹੈ ਉਹ ਸਾਡੇ ਨਾਲ ਰਲ ਮਿਲ ਗਈ ਸੀ ਤੇ ਕਹਿੰਦਾ ਬਾਰਾ ਟੈਨਸ਼ਨ ਦੂਰ ਹੋ ਗਈ ਸੀ, ਮੈਂ ਸਿਰਫ ਦਿਮਾਗ ਇਸਤੇਮਾਲ ਕਰਕੇ ਸ਼ਾਦੀ ਕੀਤੀ ਸੀ। ਬਾਅਦ ਜ਼ਨਾਨੀ ਨੇ ਮੇਰਾ ਸਾਥ ਦਿੱਤਾ ਤੇ ਹੁਣ ਅਸੀਂ ਵੀ ਆਈਏ ਵੀ